गुरमुख बुढ़े कदे नाही, जन अंतर सुरत ज्ञान। सदा सदा हर गुण रवे, अंतर सहज ध्यान। बुढ़ा होवा शेख फरीद, कंबन लगी दे। जे 100 वरियां जीवना, पीतन होसी खे। वाहिगुरू जी का खालसा, वाहिगुरू जी की फतेह। गुरु प्यारिओ, अज धन बाबा बुढ़ा साहिब जी, उन्हां दे अंतिम समय ते आपां गल करनी है, क्योंकि उन्हां दा अंतिम समय ते बड़ा भारी इकट्ठ हुंदा है। रमदास ਲੱਖਾਂ लोग आउंदे ने, ਉਹਨੂੰ ਕਹਿੰਦੇ ਨੇ ਸਰਾਧਾਂ ਦੀ ਚੌਥ, ਯਾਨੀ ਕਿ ਬਾਬਾ ਬੁੱਢਾ ਜੀ ਦਾ ਚੌਥਾ ਬੜਾ ਭਾਰੀ ਇਕੱਠ ਹੁੰਦਾ ਹੈ। ਤੇ ਆਓ ਬਾਬਾ ਬੁੱਢਾ ਸਾਹਿਬ ਜੀ ਕਰੀਬ 125 ਸਾਲ, 125 ਉਮਰ ਹੋ ਕੇ ਸੰਸਾਨੀ ਸੰਸਾਰ ਤੋਂ ਗਏ ਨੇ, ਔਰ 6 ਗੁਰੂਆਂ ਨੂੰ ਦੇ ਨਾਲ ਉਹਨਾਂ ਨੇ 6 ਗੁਰੂਆਂ ਦੀ ਸੰਗਤ ਕੀਤੀ, ਕਹਿ ਲਓ। 5 ਗੁਰੂਆਂ ਨੂੰ ਤਿਲਕ ਲਾਇਆ। ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੀ ਲਹਿਣਾ ਜੀ ਘਾਲਣ ਦਏ ਸੀ, ਅਤੇ ਬਾਬਾ ਬੁੱਢਾ ਵੀ ਉਦੋਂ ਉੱਥੇ ਹੀ ਸਨ ਕਰਤਾਰਪੁਰ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਦੀ ਜਿਹੜੀ ਉਮਰ ਵਾ ਇੱਕ ਜੈਸੀ ਆ, ਇਹ ਹਾਣੀ ਨੇ, ਬਰਾਬਰ ਦੀ ਉਮਰ ਵਾ। ਆਓ ਆਪਾਂ ਬਹੁਤੀ ਗੱਲ ਲੰਮੀ ਨਾ ਕਰੀਏ। ਅਖੀਰ ਸਮਾਂ 100 ਸਾਲ ਬਾਬਾ ਬੁੱਢਾ ਜੀ ਨੇ ਘਾਲਣਾ ਘਾਲੀ, ਅਤੇ ਅਖੀਰਲਾ ਸਮਾਂ ਉਹਨਾਂ ਨੇ ਰਮਦਾਸ ਦੇ ਵਿੱਚ ਬੈਠ ਕੇ ਗੁਜ਼ਾਰਿਆ, ਕਰੀਬ 20-25 ਸਾਲ। ਜਦੋਂ ਸਮਾਂ ਨੇੜੇ ਆਇਆ ਅਤੇ ਬਾਬਾ ਬੁੱਢਾ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਵੀ ਹੁਣ ਸਾਡਾ ਸਮਾਂ ਆਇਆ ਵਾ ਜਾਣ ਦਾ, ਅਤੇ ਆਣ ਕੇ ਦਰਸ਼ਨ ਦਿਓ ਜੀ, ਕਿਉਂਕਿ ਮਹਾਂਪੁਰਖਾਂ ਨੂੰ ਮੌਤ ਮਾਰਦੀ ਨਹੀਂ ਹੈ, ਦੁਨੀਆਦਾਰ ਨੂੰ ਮਾਰਦੀ ਹੈ। ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਏ, ਜਮ ਕੰਕਰ ਨੇੜ ਨਾ ਆਵੀ ਫਿਰ ਬੋੜ ਨਾ ਮਰੀਏ। ਸਾਧਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ ਮੌਤ ਨਹੀਂ ਮਾਰਦੀ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਕਿ ਪ੍ਰਾਣ ਵਸੇ ਪਗ ਪੰਕਜ ਮੈਂ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਦੇ ਜਿਹੜੇ ਪ੍ਰਾਣ ਹੁੰਦੇ ਨੇ, ਉਹ ਸਰੀਰ 'ਚ ਨਹੀਂ ਵੱਸਦੇ, ਉਹ ਰੱਬ ਦੇ ਚਰਨਾਂ 'ਚ ਜੁੜੇ ਹੁੰਦੇ ਆ। ਪ੍ਰਾਣ ਵਸੇ ਪਗ ਪੰਕਜ ਮੈਂ, ਜਮ ਆਵਤ ਹੈ ਪ੍ਰਾਣ ਪਾਵਤ ਨਹੀਂ। ਜਮ ਫੜਨ ਵਾਸਤੇ ਆਉਂਦੇ ਨੇ ਅਤੇ ਪ੍ਰਾਣ ਸਰੀਰ 'ਚ ਹੈ ਹੀ ਨਹੀਂ ਹੈ, ਅਤੇ ਫੜਨਗੇ ਕਿੱਥੋਂ? ਉੱਥੇ ਰੱਬ ਦੇ ਚਰਨਾਂ ਨਾਲ ਜੁੜੇ ਨੇ। ਪ੍ਰਾਣ ਵਸੇ ਪਗ ਪੰਕਜ ਮੈਂ, ਜਮ ਆਵਤ ਹੈ ਪ੍ਰਾਣ ਪਾਵਤ ਨਹੀਂ। ਉਹ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੁਨੇਹਾ ਭੇਜਿਆ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪਹੁੰਚ ਗਏ ਨੇ ਰਮਦਾਸ ਦੀ ਧਰਤੀ ਉੱਤੇ, ਅਤੇ ਪਿੰਡੋਂ ਬਾਰ-ਬਾਰ ਪੜਾਅ ਕੀਤਾ, ਆਪਣੇ ਘੋੜੇ ਬੱਧੇ, ਸਿੱਖ ਸੰਗਤਾਂ ਉੱਥੇ ਬੈਠ ਗਈਆਂ। ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਜਿੱਥੇ ਨਿਵਾਸ ਕਰਦੇ ਸੀ, ਉੱਥੇ ਅੱਜ ਵੀ ਉਹਨਾਂ ਦਾ ਇੱਕ ਪੱਥਰ ਪਿਆ ਹੈ, ਸਿਲਾ ਪਈ ਹੈ, ਜਿਹਦੇ ਉੱਤੇ ਬੈਠ ਕੇ ਉਹ ਬੰਦਗੀ ਕਰਦੇ ਸਨ। ਪੱਥਰਾਂ ਉੱਤੇ ਬੈਠ ਕੇ ਬੰਦਗੀਆਂ ਹੁੰਦੀਆਂ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬੈਠੇ ਨੇ, ਅਤੇ ਬਾਬਾ ਬੁੱਢਾ ਜੀ ਬੈਠੇ ਹੋਏ ਨੇ। ਬਚਨ ਬਿਲਾਸ ਹੋਏ, ਦੀਦਾਰੇ ਹੋਏ, ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਹੁਣ ਸਾਡਾ ਸਮਾਂ ਆ ਗਿਆ ਹੈ ਸੱਚਖੰਡ ਨੂੰ ਜਾਣ ਦਾ।
ਤੇ ਸਾਡੀ ਇੱਛਾ ਹੈ ਤੁਹਾਡੇ ਦਰਸ਼ਨ ਹੋਣ। ਦਰਸ਼ਨ ਹੋ ਗਏ ਨੇ, ਹੁਣ ਅਸੀਂ ਸੱਚਖੰਡ ਨੂੰ ਚੱਲੇ ਹਾਂ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਬੁੱਢਾ ਜੀ ਕੁਝ ਮੰਗ ਲਓ ਹੁਣ, ਕੋਈ ਤੁਹਾਡੀ ਕੋਈ ਇੱਛਾ ਰਹਿ ਗਈ ਹੋਵੇ, ਤੁਹਾਡੀ ਕੋਈ ਆਖਰੀ ਇੱਛਾ ਹੋਵੇ। ਜਿੱਦਾਂ ਕੈਦੀ ਨੂੰ ਪੁੱਛਿਆ ਜਾਂਦਾ, ਫਾਂਸੀ ਦੇਣ ਵਾਲੇ ਨੂੰ ਪੁੱਛਿਆ ਜਾਂਦਾ ਵੀ ਤੇਰੀ ਕੋਈ ਆਖਰੀ ਇੱਛਾ ਹੋਵੇ। ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡੀ ਕੋਈ ਆਖਰੀ ਇੱਛਾ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਝਾੜੂ ਮੰਗਾਇਆ ਤੇ ਝਾੜੂ ਆਪਣੇ ਹੱਥ ਵਿੱਚ ਫੜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾ ਦਿੱਤਾ। ਕਹਿਣ ਲੱਗੇ, ਮੇਰੇ ਪੁੱਤਰ ਨੂੰ, ਸ਼ਾਇਦ ਉਹਨਾਂ ਦਾ ਨਾਂ ਭਾਨਾ ਜੀ ਸਨ, ਮੇਰੇ ਪੁੱਤਰ ਨੂੰ ਇਹ ਝਾੜੂ ਫੜਾ ਕੇ ਵਰ ਦਿਓ, ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਬਣਿਆ ਰਵੇ ਤੇ ਗੁਰੂ ਨਾਨਕ ਦੇ ਦਰ 'ਤੇ ਝਾੜੂ ਫੇਰਦਾ ਰਵੇ। ਇਹ ਹੁੰਦਾ ਜਿਨ੍ਹਾਂ ਨੂੰ ਸੇਵਾ ਦੀ ਕੋਈ ਕਦਰ ਹੋਵੇ। ਗੁਰੂ ਹਰਗੋਬਿੰਦ ਸਿੰਘ ਨੇ ਵਰ ਦੇ ਦਿੱਤਾ ਸੇਵਾ ਦਾ। ਸੇਵਾ ਤਾਂ ਪਹਿਲੇ ਹੀ ਬਾਬਾ ਬੁੱਢਾ ਜੀ ਨੇ ਬਹੁਤ ਕਰ ਲਈ। ਸਮਾਂ ਆ ਗਿਆ, ਬਾਬਾ ਬੁੱਢਾ ਜੀ ਇਸ ਪੰਚ ਭੂਤਕ ਦੇਹੀ ਨੂੰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ। ਬਾਬਾ ਜੀ ਦਾ ਇਸ਼ਨਾਨ ਕਰਾਇਆ ਗਿਆ ਤੇ ਛੇਵੇਂ ਪਾਤਸ਼ਾਹ ਉੱਥੇ ਮੌਜੂਦ ਨੇ ਤੇ ਮੋਢਾ ਦਿੱਤਾ ਆਪ ਛੇਵੇਂ ਪਾਤਸ਼ਾਹ ਜੀ ਨੇ। ਤੇ ਗੱਲ ਇੱਥੇ ਨੋਟ ਕਰਨ ਵਾਲੀ ਇਹ ਆ ਕਿ ਛੇਵੇਂ ਪਾਤਸ਼ਾਹ ਨੇ ਕੋਈ ਖਾਸ ਜਗ੍ਹਾ ਵੇਖ ਕੇ ਬਾਬਾ ਬੁੱਢਾ ਜੀ ਦਾ ਸੰਸਕਾਰ ਨਹੀਂ ਕੀਤਾ। ਬਾਬਾ ਬੁੱਢਾ ਜੀ ਨੂੰ ਪਿੰਡ ਦੀਆਂ ਮੜ੍ਹੀਆਂ 'ਚ ਲੈ ਗਏ। ਅੱਜ ਬੜਾ ਦੁਖਾਂਤ ਵਾਪਰ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਬਾਬਿਆਂ ਦੇ ਅੰਗੀਠੇ ਬਣ ਰਹੇ ਨੇ ਤੇ ਅੰਗੀਠਿਆਂ ਉੱਤੇ ਮੁੜ ਕੇ ਸਾਲ ਬਾਅਦ ਬਰਸ਼ੀਆਂ ਮਨਾਈਆਂ ਜਾਂਦੀਆਂ ਨੇ। ਇਹ ਸਿੱਖ ਕੌਮ ਜਿਹੜੀ ਆ ਆਪਣੇ ਬਾਣੀ ਨੂੰ ਛੱਡ ਚੁੱਕੀ ਆ। ਇਹ ਵਿਖਾਵੇ ਦੇ ਗੁਰਦੁਆਰੇ ਬਣ ਰਹੇ ਨੇ ਤੇ ਵਿਖਾਵੇ ਦੇ ਸਿੱਖ ਨੇ। ਅੰਦਰੋਂ ਅਸੀਂ ਸਿੱਖੀ ਨੂੰ ਮੰਨ ਕੇ ਰਾਜੀ ਨਹੀਂ, ਮੱਥਾ ਟੇਕਦੇ ਹਾਂ, ਗੁਰਪੁਰਬ ਮਨਾਉਂਦੇ ਹਾਂ, ਪਰ ਬਾਣੀ ਦੀ ਗੱਲ ਅਸੀਂ ਮੰਨਦੇ ਹੀ ਨਹੀਂ ਹਾਂ। ਹੁਣ ਸਿੱਖੀ ਵਿੱਚ ਅੰਗੀਠਾ ਮਨ੍ਹਾ ਵਾ ਤੇ ਕਿੰਨੇ ਸਿੱਖ ਅੰਗੀਠਿਆਂ 'ਤੇ ਜਾ ਕੇ ਬਰਸ਼ੀਆਂ ਮਨਾਉਂਦੇ ਨੇ ਤੇ ਕਿੰਨੇ ਸਿੱਖ ਬਾਬਿਆਂ ਦੇ ਅੰਗੀਠੇ ਬਣਾ ਕੇ ਬੈਠੇ ਹੋਏ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪਿੰਡ ਦੀਆਂ ਮੜ੍ਹੀਆਂ 'ਚ ਲੈ ਕੇ ਗਏ ਬਾਬਾ ਬੁੱਢਾ ਜੀ ਦੇ ਮ੍ਰਿਤਕ ਸਰੀਰ ਨੂੰ। ਜੇ ਬਾਬਾ ਬੁੱਢਾ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਪਿੰਡ ਦੀਆਂ ਮੜ੍ਹੀਆਂ 'ਚ ਹੋ ਸਕਦਾ ਤੇ ਅੱਜ ਜਣੇ ਖਣੇ ਦੀਆਂ ਸਮਾਧੀਆਂ ਤੇ ਯਾਦਗਾਰਾਂ ਕਿਉਂ ਬਣ ਰਹੀਆਂ? ਇਹਦੇ ਨਾਲ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਅੱਜ ਗੁਰੂ ਨਾਨਕ ਦੀ ਕੌਮ ਗਿਆਨ ਦਾ ਰਾਹ ਛੱਡ ਕੇ ਲੜਾਈ ਦੇ ਰਾਹ 'ਚ ਪਈ ਹੋਈ ਹੈ। ਕੋਈ ਕਿਤੇ ਸੜਕ 'ਤੇ ਮੋਰਚਾ ਲਾ ਕੇ ਬੈਠਾ, ਕੋਈ ਕੁਝ ਪਿਆ ਕਰਨ ਦਿਆ, ਕੋਈ ਕੁਝ ਪਿਆ ਕਰਨ ਦਿਆ। ਰੱਬ ਖੈਰ ਕਰੇ। ਇਹ ਗਿਆਨ ਛੱਡ ਚੁੱਕੀ ਹੈ, ਲੜਾਈ ਦਾ ਮੈਦਾਨ ਬਣ ਚੁੱਕਾ ਸਿੱਖ ਕੌਮ ਅੱਜ ਫਿਰ ਦੁਬਾਰਾ, ਤੇ ਮੁੱਦਾ ਕੋਈ ਵੀ ਨਹੀਂ ਇਹਨਾਂ ਦੇ ਕੋਲ। ਪਿਛਲੇ 40 ਸਾਲ ਤੋਂ ਕੌਮ ਨੂੰ ਬਰਬਾਦੀ ਦੇ ਰਾਹ 'ਤੇ ਤੋਰਿਆ ਹੈ ਇਹਨਾਂ ਲੋਕਾਂ ਨੇ ਤੇ ਬਰਬਾਦ ਕਰਕੇ ਰੱਖੀ ਵੀ ਹੋਈ ਹੈ। ਐਸੀ ਕੋਈ ਬਾਤ ਵੀ ਨਹੀਂ ਹੈ। ਬਾਬਾ ਬੁੱਢਾ ਜੀ ਪਿੰਡ ਦੀਆਂ ਮੜ੍ਹੀਆਂ 'ਚ ਲੈ ਕੇ ਗਏ ਤੇ ਉੱਥੇ ਸੰਸਕਾਰ ਕਰਕੇ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਆਪਣੇ ਰਾਖ ਨੂੰ ਇਕੱਠਿਆਂ ਕਰਕੇ ਨਾਲ ਹੀ ਰਾਵੀ ਦਰਿਆ ਵਗਦਾ ਹੈ, ਉਸ ਦਰਿਆ ਵਿੱਚ ਪਾ ਦਿੱਤੀਆਂ। ਉਹ ਭਸਮ ਵੀ ਪਾ ਦਿੱਤੀ ਤੇ ਬਾਬਾ ਦੀਆਂ ਅਸਥੀਆਂ ਵੀ ਰਾਵੀ ਦੇ ਵਿੱਚ ਪਾ ਦਿੱਤੀਆਂ ਗਈਆਂ। ਇਹ ਆਉਣ ਵਾਲੀ ਕੌਮ ਨੂੰ, ਇੱਕ ਨਸਲ ਨੂੰ ਇੱਕ ਸੁਨੇਹਾ ਸੀ ਵੀ ਜੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦਾ ਅੰਗੀਠਾ ਨਹੀਂ ਬਣਾਉਣ ਦਿੰਦੇ, ਉਹਨਾਂ ਦਾ ਕੋਈ ਖਾਸ ਜਗ੍ਹਾ 'ਤੇ ਸੰਸਕਾਰ ਨਹੀਂ ਕਰਨ ਦਿੰਦੇ, ਤੇ ਅੱਜ ਜਣੇ ਖਣੇ ਬਾਬੇ ਦਾ ਕਿਉਂ ਅੰਗੀਠਾ ਬਣ ਰਿਹਾ ਹੈ? ਇਸ ਕਰਕੇ ਕੌਮ ਨੇ ਗਿਆਨ ਤੋਂ ਕੋਈ ਸੇਧ ਨਹੀਂ ਲਈ ਹੋਈ। ਸਦੀਆਂ ਬੀਤ ਗਈਆਂ, ਮੁੜ ਕੇ ਕੋਈ ਉੱਥੇ ਬਾਬਾ ਆਇਆ ਰਮਦਾਸ, ਹਰਨਾਮ ਸਿੰਘ ਸ਼ਾਮਪੁਰੇ ਵਾਲਾ ਬਾਬਾ ਨੂੰ ਕਹਿੰਦੇ ਸ਼ਾਇਦ।
ਉਸ ਪਿੰਡ ਦੀਆਂ ਮੜੀਆਂ 'ਚ ਚਲ ਗਿਆ 400 ਸਾਲ ਬਾਅਦਾਂ। ਹੁਣ 400 ਸਾਲ ਲੰਘ ਗਏ, ਮੜੀਆਂ 'ਚ ਸੰਸਕਾਰ ਕੀਤੇ ਨੂੰ, ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਉੱਥੇ ਸੰਸਕਾਰ ਕਰ ਦਿੱਤੇ ਗਏ। ਉਸ ਪਿੰਡ ਦੀਆਂ ਮੜੀਆਂ 'ਚ ਉਸ ਬਾਬੇ ਨੇ ਜਾ ਕੇ ਕਹਿ ਦਿੱਤਾ ਕਿ ਇੱਥੇ ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ ਸੀ ਅਤੇ ਅਸੀਂ ਇੱਥੇ ਹੁਣ ਗੁਰਦੁਆਰਾ ਪਾਉਣਾ ਵਾ। ਜੇ 6ਵੇਂ ਪਾਤਸ਼ਾਹ ਨੇ ਗੁਰਦੁਆਰਾ ਨਹੀਂ ਬਾਬਾ ਬੁੱਢਾ ਜੀ ਦਾ ਪੈਣ ਦਿੱਤਾ, ਨਹੀਂ ਅੰਗੀਠਾ ਬਣ ਦਿੱਤਾ, ਤੇ ਬਾਬਾ ਹੁਣ ਕਿੱਥੋਂ ਆ ਗਿਆ ਅੰਗੀਠੇ ਪਾਉਣ ਵਾਲਾ ਅਤੇ ਸਮਾਧੀ ਗੁਰਦੁਆਰੇ ਬਣਾਉਣ ਵਾਲਾ। ਉਹ ਰਮਦਾਸ ਦੀਆਂ ਤਿੰਨਾਂ ਪਿੰਡਾਂ ਦੀਆਂ ਮੜੀਆਂ ਇਕੱਠੀਆਂ ਅਤੇ ਬਹੁਤ ਖੁੱਲ੍ਹੀ ਜਗ੍ਹਾ ਵਾ। ਉਹ ਸਾਰੀ ਜਗ੍ਹਾ 'ਤੇ ਬਾਬੇ ਨੇ ਕਬਜ਼ਾ ਕਰ ਲਿਆ, ਗੁਰਦੁਆਰਾ ਬਣਾ ਦਿੱਤਾ, ਸਰੋਵਰ ਬਣਾ ਦਿੱਤਾ, ਅਤੇ ਹੁਣ ਇੱਕ ਨੁੱਕਰ ਜੀ ਛੱਡ ਦਿੱਤੀ ਲੋਕਾਂ ਦੇ ਸੰਸਕਾਰ ਕਰਨ ਵਾਸਤੇ। ਹਜੇ ਵੀ ਮੜੀਆਂ ਹੀ ਆ। ਅਤੇ ਕਹਿ ਦਿੱਤਾ ਵੀ ਇਸ ਰੁੱਖ ਥੱਲੇ ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ ਸੀ, ਅਤੇ ਇੱਥੇ ਉਹ ਹੋਇਆ ਸੀ, ਅਤੇ ਇੱਥੇ ਸੋਹਲਾ ਪੜ੍ਹਿਆ ਗਿਆ ਸੀ। ਬੈਠ ਕੇ ਕੋਲੋਂ ਗੱਲਾਂ ਬਣਾ ਕੇ ਅਤੇ ਉੱਥੇ ਬਹੁਤ ਵੱਡੀ ਬਿਲਡਿੰਗ ਬਣਾ ਦਿੱਤੀ ਗਈ, ਅਤੇ ਕਹਿ ਦਿੱਤਾ ਕਿ ਚੌਥੇ ਉੱਤੇ ਬਾਬੇ ਜੀ ਦਾ ਮੇਲਾ ਮਨਾਇਆ ਜਾਊਗਾ, ਅਤੇ ਹੁਣ ਲੱਖਾਂ ਲੋਕ ਇਕੱਠੇ ਹੁੰਦੇ ਨੇ। ਸ਼੍ਰੋਮਣੀ ਕਮੇਟੀ ਦਾ ਉੱਥੇ ਕਬਜ਼ਾ ਹੈ, ਅਤੇ ਜਿਸ ਸ਼੍ਰੋਮਣੀ ਕਮੇਟੀ ਦਾ ਉੱਥੇ ਕਬਜ਼ਾ, ਅਤੇ ਉਹਦੀ ਰਹਿਤ ਮਰਜ਼ਾਦਾ 'ਚ ਲਿਖਿਆ ਕਿ ਚੌਥ ਨਹੀਂ ਮਨਾਉਣੀ, ਚੌਥਾ ਨਹੀਂ ਮਨਾਉਣਾ, ਅਤੇ ਬਹੁਤ ਭਾਰੀ ਇਕੱਠ ਹੁੰਦਾ ਚੌਥ ਦੇ ਮੇਲੇ 'ਤੇ ਬਾਬਾ ਬੁੱਢਾ ਜੀ 'ਤੇ। ਇਸ ਕਰਕੇ ਇਹ ਕੌਮ ਜਿਹੜੀ ਆ ਗਿਆਨ ਤੋਂ ਹੀਣੀ ਹੋ ਚੁੱਕੀ ਆ। ਸਾਹਿਬ ਨੇ ਕਿਹਾ ਗਿਆਨਹੀਨੰ ਅਗਿਆਨ ਪੂਜਾ। ਜਦੋਂ ਤੁਸੀਂ ਗਿਆਨ ਦਾ ਰਾਹ ਛੱਡ ਦਿਓਗੇ, ਜੋ ਕਰੋਗੇ ਉਹ ਕਿਸੇ ਲੇਖੇ ਹੀ ਨਹੀਂ ਪੈਣਾ। ਗਿਆਨਹੀਨੰ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋਂ ਨਾ ਬਾਕੀ। ਅਤੇ ਹੁਣ ਤਾਂ ਕੌਮ ਆਪ ਹੁਦਰੀ ਹੋ ਗਈ, ਹੁਣ ਤਾਂ ਕਿਸੇ ਦੀ ਮੰਨਦੀ ਨਹੀਂ। ਹਰ ਬੰਦਾ ਜਥੇਦਾਰ ਬਣਿਆ, ਹਰ ਬੰਦਾ ਗਿਆਨੀ ਬਣਿਆ ਫਿਰਦਾ ਹੈ। ਕੋਲੋਂ ਹੀ ਗੱਪਾਂ ਸੁਣਾਈ ਜਾਂਦੇ ਨੇ, ਕੋਲੋਂ ਹੀ ਬਾਣੀ ਦੇ ਅਰਥ ਕਰੀ ਜਾਂਦੇ ਨੇ। ਰੱਬ ਖੈਰ ਕਰੇ। ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਘਾਲੀ, ਸਿਮਰਨ ਕੀਤਾ, ਸੇਵਾ ਕੀਤੀ, ਜਥੇਦਾਰੀ ਕੀਤੀ, ਜਿਹੇ ਗ੍ਰੰਥੀ ਰਹੇ, ਅਤੇ ਏਡੀਆਂ ਏਡੀਆਂ ਘਾਲਣਾ ਘਾਲ ਕੇ ਉਸ ਫਾਨੀ ਸੰਸਾਰ ਤੋਂ ਬਾਬਾ ਬੁੱਢਾ ਸਾਹਿਬ ਜੀ ਕਰੀਬ 1631 ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ। ਅਤੇ ਦੁਖਾਂਤ ਇਹ ਵਾਪਰਿਆ ਕਿ ਬਾਬੇ ਜੀ ਦਾ ਅੰਗੀਠਾ ਬਣਾ ਦਿੱਤਾ ਗਿਆ। ਹੁਣ ਬਣਾਇਆ 400 ਸਾਲ ਬਾਅਦ। ਅਤੇ ਜੇ ਇਹੋ ਜਿਹੀਆਂ ਗੱਲਾਂ 'ਤੇ ਅਸੀਂ ਕੋਈ ਵਿਚਾਰ ਨਹੀਂ ਕਰਾਂਗੇ, ਅਤੇ ਆਉਣ ਵਾਲੀਆਂ ਨਸਲਾਂ ਬਰਬਾਦੀ ਦੇ ਰਾਹ 'ਤੇ ਤੁਰੀਆਂ ਹੀ ਹੋਈਆਂ ਨੇ, ਅਤੇ ਤੁਰ ਜਾਣਗੀਆਂ। ਇੱਕ ਪਿੰਡ ਵਿੱਚ ਜਦੋਂ 3-3 ਅੰਗੀਠੇ ਬਣ ਜਾਣਗੇ, ਫਿਰ ਗਿਆਨ ਨੂੰ ਕੌਣ ਮੰਨੇਗਾ? ਕੋਈ ਵੀ ਨਹੀਂ ਮੰਨੇਗਾ। 10ਵੇਂ ਪਾਤਸ਼ਾਹ ਨੇ ਹਦਾਇਤ ਕੀਤੀ ਸੀ ਅੰਗੀਠਾ ਨਹੀਂ ਬਣਾਉਣਾ। ਕੌਣ ਮੰਨਦਾ 10ਵੇਂ ਪਾਤਸ਼ਾਹ ਦਾ ਹੁਕਮ? ਜੇ 10ਵੇਂ ਪਾਤਸ਼ਾਹ ਦਾ ਸਿੱਖ ਹੁਕਮ ਮੰਨਦਾ ਹੁੰਦਾ ਅਤੇ ਫਿਰ ਬਰਸ਼ੀਆਂ ਕਿਉਂ ਬਾਬਿਆਂ ਦੀਆਂ ਮਨਾਉਂਦਾ? ਕਿਉਂ ਅੰਗੀਠੇ ਬਣਾਉਂਦਾ? ਰੱਬ ਖੈਰ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪਣੇ ਗੁਰੂ ਗਿਆਨ ਤੋਂ ਸੇਧ ਲਈਏ।